जलन बुझी शीतल होए मनुआ, सतगुर का दर्शन पाए जियो। धन वाहिगुरु साहिब जी। वाहिगुरु साहिब जी श्लोक महला तीजा। जिन गुर गोप्या अपना, तिस ठौर न ठाऊं। हल्क पलक दोवे गए, दरगाह नाही थाऊं। ओह वेला हथ न आवई, फिर सतगुर लागै पाए। सतगुर की गणतै कुसीऐ, दुखे दुख बिहाय। सतगुर पुरख निरवैर है, आपे लय जिस लाए। नानक दर्शन जिना बेखालियो न, तिना दरगाह लय छड़ाए। महला तीजा। मनमुख अज्ञानी, दुर्मत अहंकारी। अंतर क्रोध जुए मत हारी। कूड़ कुसत ओह पाप कमावै, क्या ओह सुनै कै आख सुनावै। अन्ना भोला खुद उजड़ पाए, मन मुख अंधा आवे जाए। बिन सतगुर भेटे थाए न पाए, नानक पूर्व लिखिया कमाए। पौड़ी। जिनके चित्त कठोर है, से बह न सतगुर पास। उथै सच वरतदा, कुड़ियारा चित उदास। ओए वाल शाल कार झत कढ़ दे, फिर जाए बह कुड़ियारा पास। बिच सच्चे कूड़ न गड्डाई, मन वेखो को निर्जास। कुड़ियार कुड़ियारी जाए रले, सचियार सिख बैठे सतगुर पास। परम सन्मान जोग जुगो जुग अटल, चबर तख्त दे मालक साहिब सतगुरु धन धन श्री गुरु ग्रंथ साहिब जी महाराज, तिन्हां दी हजूरी अंदर जुड़ मिल बैठे अत सत्कार जोग सन्मान जोग सतसंगी जनों। बहुत ही ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਵਾਰ ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 314। ਆਓ ਗੁਰਮੁਖੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तीसरे पातशाह धन धन गुरु अमरदास महाराज तिन्हां दी रसना तो उचारण कीते श्लोक।
ਪਾਤਸ਼ਾਹ ਜੀ ਕਹਿ ਰਹੇ ਨੇ ਸ਼ਲੋਕ ਮਹਲਾ ਤੀਜਾ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ, ਹਲਤ ਪਲਤ ਦੋਵੇਂ ਗਏ ਦਰਗਾ ਨਾਹੀ ਥਾਉ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਜੀ, ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਿਆ ਕੀਤੀ ਹੈ, ਬਹੁਤ ਵਿਸਥਾਰ ਦੇ ਨਾਲ ਆਪਾਂ ਨਿੰਦਿਆ ਬਾਰੇ ਬਾਣੀ ਦੇ ਵਿੱਚੋਂ ਵਿਚਾਰ ਚੁੱਕੇ ਹਾਂ। ਗੁਰੂ ਦੇ ਬਚਨਾਂ ਨੂੰ ਸੁਣ ਕੇ ਕਮਾਉਣਾ ਨਾ, ਮੰਨਣਾ ਨਾ, ਉਹ 'ਤੇ ਅਮਲ ਨਾ ਕਰਨਾ, ਇਹ ਵੀ ਗੁਰੂ ਦੀ ਇੱਕ ਨਿੰਦਿਆ ਕਰ ਰਹੇ ਹਾਂ ਆਪਾਂ। ਗੁਰੂ ਦਾ ਪੱਲਾ ਛੱਡ ਕੇ ਦਰ ਦਰ 'ਤੇ ਭਟਕਣਾ, ਦਰ ਦਰ 'ਤੇ ਸਿਰ ਝੁਕਾਉਣਾ, ਇਹ ਵੀ ਗੁਰੂ ਦੀ ਨਿੰਦਿਆ ਹੈ। ਕਿਉਂਕਿ ਪਾਤਸ਼ਾਹ ਜੀ ਇੱਥੇ ਇਹੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ। ਮਹਾਰਾਜ ਕਹਿੰਦੇ ਨਿੰਦਿਆ ਕਰਨ ਵਾਲੇ ਨੂੰ, ਪਾਤਸ਼ਾਹ ਜੀ ਕਹਿ ਰਹੇ ਨੇ ਉਸ ਬੰਦੇ ਨੂੰ ਕੋਈ ਥਾਂ ਨਹੀਂ ਮਿਲਦੀ ਗੁਰੂ ਦੀ ਹਜ਼ੂਰੀ ਅੰਦਰ, ਕਿਤੇ ਵੀ ਉਹਨੂੰ ਥਾਂ ਨਹੀਂ ਮਿਲਦੀ। ਪਾਤਸ਼ਾਹ ਜੀ ਕਹਿ ਰਹੇ ਨੇ ਹਾਲਤ ਪਲਤ ਦੋਵੇਂ ਗਏ ਦਰਗਾ ਨਾਹੀ ਥਾਉ। ਉਹਨੇ ਆਪਣਾ ਹਾਲਤ ਵੀ ਗਵਾ ਲਿਆ ਤੇ ਪਲਤ ਵੀ ਗਵਾ ਲਿਆ, ਲੋਕ ਤੇ ਪਰਲੋਕ ਵੀ ਗਵਾ ਲਏ ਉਹਨੇ। ਉਸ ਮਾਲਕ ਦੀ ਹਜ਼ੂਰੀ ਅੰਦਰ ਕੋਈ ਥਾਂ ਨਹੀਂ ਮਿਲੀ। ਅੱਗੇ ਮਹਾਰਾਜ ਕਹਿ ਰਹੇ ਨੇ ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲਾਗੇ ਪਾਏ। ਸਤਿਗੁਰ ਕੀ ਗਣਤ ਹੈ, ਉਸ ਹੀ ਹੈ ਦੁੱਖੇ ਦੁੱਖ ਵਿਹਾਏ। ਪਾਤਸ਼ਾਹ ਜੀ ਕਹਿੰਦੇ ਨੇ ਫਿਰ ਕਦੇ ਮੌਕਾ ਨਹੀਂ ਮਿਲਦਾ, ਤੇਰੇ ਕੋਲ ਸਮਾਂ ਹੈ, ਤੇਰੇ ਕੋਲ ਜੀਵਨ ਆ, ਮੌਕਾ ਹੈ ਤੇਰੇ ਕੋਲ ਸਤਿਗੁਰ ਦੀ ਚਰਨੀ ਲੱਗਣ ਦਾ, ਗੁਰੂ ਦਾ ਪੱਲਾ ਫੜਨ ਦਾ ਤੇਰੇ ਕੋਲ ਮੌਕਾ ਹੈ। ਸਤਿਗੁਰ ਦੀ ਨਿੰਦਾ ਕਰਨ ਵਿੱਚ ਇੱਕ ਵਾਰੀ ਜੇ ਪਾਤਸ਼ਾਹ ਜੀ ਕਹਿ ਰਹੇ ਨੇ ਆਪਣੇ ਜ਼ਿੰਦਗੀ ਵਿੱਚੋਂ ਖੁੰਝ ਜਾਈਏ ਨਿੰਦਿਆ ਕਰਨ ਤੋਂ, ਤਾਂ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਸਾਹਿਬ ਜੀ ਸਮਝਾ ਰਹੇ ਨੇ, ਤਾਂ ਜੀਵਨ ਸਚਿਆਰ ਬਣ ਸਕਦਾ ਜੇ ਨਿੰਦਿਆ ਕਰਨ ਤੋਂ ਖੁੰਝ ਜਾਈਏ, ਪਾਸੇ ਹੋ ਜਾਈਏ। ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਦੀ ਨਿੰਦਾ ਕਰਨ ਵਿੱਚ ਇੱਕ ਵਾਰੀ ਜੇ ਖੁੰਝ ਜਾਈਏ ਤਾਂ ਨਿਰੋਲ ਦੁੱਖ ਵਿੱਚ ਹੀ ਉਮਰ ਬਤੀਤਦੀ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲਏ ਜਿਸ ਲਾਏ, ਨਾਨਕ ਦਰਸ਼ਨ ਜਿਨ੍ਹਾਂ ਵਿਖਾਲੇ ਓਨ ਤਿੰਨ ਦਰਗਾ ਲਏ ਛਡਾਏ। ਸਤਿਗੁਰੂ ਨਿਰਵੈਰ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਉਹ ਪੁਰਖ, ਉਹ ਸੂਰਮਾ ਸਤਿਗੁਰੂ ਨਿਰਵੈਰ ਹੈ। ਉਸ ਨੂੰ ਪਾਤਸ਼ਾਹ ਜੀ ਕਹਿ ਰਹੇ ਨੇ ਉਹ ਨਿੰਦਕਾਂ ਨੂੰ ਵੀ ਆਪੇ ਆਪਣੇ ਆਪ ਮਿਹਰ ਕਰਕੇ ਆਪਣੇ ਨਾਲ ਜੋੜ ਲੈਂਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਅਤੇ ਉਹਨਾਂ ਨੂੰ ਵੀ ਦਰਸ਼ਨ ਦੀਦਾਰ ਕਰਵਾ ਦਿੰਦਾ ਹੈ। ਅੱਗੇ ਸਤਿਗੁਰੂ ਜੀ ਅਗਲੇ ਸ਼ਲੋਕ ਅੰਦਰ ਕਹਿ ਰਹੇ ਨੇ, ਸ਼ਲੋਕ ਮਹਲਾ ਤੀਜਾ, ਮਨਮੁਖ ਅਗਿਆਨੀ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਐ ਮਤ ਹਾਰੀ। ਮਨਮੁਖ ਅਗਿਆਨੀ ਹੈ, ਗਿਆਨ ਤੋਂ ਹੀਣ ਹੈ। ਦੁਰਮਤ ਦਾ ਅਰਥ ਹੈ ਭੈੜੀ ਬੁੱਧੀ ਵਾਲਾ ਹੈ, ਭੈੜੀ ਮੱਤ ਵਾਲਾ ਹੈ। ਹੰਕਾਰੀ ਦਾ ਅਰਥ ਹੈ ਮਾਨ ਕਰਦਾ, ਫੋਕਾ ਹੰਕਾਰ ਕਰਦਾ। ਪਾਤਸ਼ਾਹ ਜੀ ਕਹਿ ਰਹੇ ਨੇ ਅੰਤਰ ਕ੍ਰੋਧ, ਮਨ ਵਿੱਚ ਕ੍ਰੋਧ ਹੈ ਵਿਸ਼ਿਆਂ ਦਾ, ਵਿਕਾਰਾਂ ਦਾ। ਜੂਏ ਮਤ ਹਾਰੀ, ਜੂਏ ਵਿੱਚ ਅਕਲ ਗਵਾ ਲੈਂਦਾ, ਅਕਲ ਹਾਰ ਜਾਂਦਾ। ਜੂਏ ਅੰਦਰ ਅਕਲ ਗਵਾ ਲੈਂਦਾ। ਮਹਾਰਾਜ ਕਹਿੰਦੇ ਇੱਥੇ ਗੁਰੂ ਸਾਹਿਬ ਜੀ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਆਪਾਂ ਇੱਕ ਉੱਪਰ ਸ਼ਲੋਕ ਵਿਚਾਰਿਆ ਜੀ, ਉੱਪਰਲੇ ਸ਼ਲੋਕ ਅੰਦਰ ਮਹਾਰਾਜ ਨੇ ਨਿੰਦਿਆ ਦੀ ਗੱਲ ਕੀਤੀ ਹੈ। ਗੁਰੂ ਦੀ ਨਿੰਦਿਆ ਕਰਨ ਵਾਲੇ ਦੀ ਹਾਲਤ ਕੈਸੀ ਬਣ ਜਾਂਦੀ ਹੈ, ਉਹਨੂੰ ਥਾਂ ਨਹੀਂ ਮਿਲਦੀ। ਸਤਿਗੁਰੂ ਮਹਾਰਾਜ ਐਸਾ ਨਿਰਵੈਰ ਗੁਰੂ ਆ ਸਾਡਾ, ਉਹ ਅਕਾਲ ਪੁਰਖ ਵਾਹਿਗੁਰੂ, ਜੋ ਨਿੰਦਾ ਕਰਨ ਵਾਲੇ ਤੇ ਵੀ ਕਿਰਪਾ ਕਰ ਦਿੰਦਾ। ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਅੱਗੇ ਮਹਾਰਾਜ ਕਹਿੰਦੇ ਮਨਮੁਖ ਦੀ ਹਾਲਤ ਕੈਸੀ ਹੁੰਦੀ ਆ, ਉਹ ਅਗਿਆਨੀ ਹੁੰਦਾ, ਉਹ ਭੈੜੀ ਬੁੱਧ ਵਾਲਾ ਹੁੰਦਾ, ਉਹਦੇ ਅੰਦਰ ਕ੍ਰੋਧ ਹੁੰਦਾ। ਕ੍ਰੋਧੀ ਲੋਕ ਵੀ ਹੁੰਦੇ ਨੇ ਜੀ।
ਅੰਤਰ ਕ੍ਰੋਧ ਜੁਐ ਮਤਹਾਰੀ, ਕੂੜ ਕੁਸਾ ਤੋਂ ਪਾਪ ਕਮਾਵੈ। ਹਰ ਵੇਲੇ ਉਹ ਝੂਠ ਬੋਲਦਾ, ਕੂੜ ਦਾ ਵਣਜ ਕਰਦਾ, ਫਰੇਬ ਕਰਦਾ, ਪਾਪ ਕਰਦਾ। ਮਹਾਰਾਜ ਕਹਿੰਦੇ ਕਿਆ ਉਹ ਸੁਣੈ ਕਿ ਆਖ ਸੁਣਾਵੈ। ਪਾਤਸ਼ਾਹ ਜੀ ਕਹਿ ਰਹੇ ਨੇ ਕੀ ਉਹ ਸੁਣਦਾ, ਕੀ ਕਿਸੇ ਨੂੰ ਸੁਣਾ ਸਕਦਾ। ਭਾਵ ਹਰ ਵੇਲੇ ਉਹ ਕੂੜ ਦੀਆਂ ਗੱਲਾਂ ਕਰਦਾ ਨਾ। ਜਿਹੜਾ ਬੰਦਾ ਮਨਮੁਖ ਹੈ, ਅਗਿਆਨੀ, ਅੰਧਾ ਹੈ, ਉਹਨੇ ਝੂਠੀਆਂ ਗੱਲਾਂ ਕਰਨੀਆਂ ਨੇ, ਵਿਕਾਰ ਗੱਲਾਂ ਕਰਨੀਆਂ ਨੇ। ਅੱਗੇ ਮਹਾਰਾਜ ਕਹਿੰਦੇ ਅੰਨਾ ਬੋਲਾ ਖੁਦ ਉਜੜ ਪਾਏ, ਮਨਮੁਖ ਅੰਧਾ ਆਵੇ ਜਾਏ। ਸਤਿਗੁਰੂ ਦੇ ਦਰਸ਼ਨਾਂ ਤੋਂ ਖੁੰਝ ਕੇ ਪਾਤਸ਼ਾਹ ਜੀ ਕਹਿੰਦੇ ਅੰਨਾ ਉਸ ਮਾਲਕ ਦੇ ਉਪਦੇਸ਼ ਵੱਲੋਂ ਖੁੰਝ ਜਾਂਦਾ ਹੈ, ਬੋਲਾ ਹੋ ਜਾਂਦਾ। ਅੰਨਾ ਕੁਰਾਹੇ ਪਿਆ ਹੋਇਆ ਹੈ, ਨਿਤ ਜੰਮਦਾ ਮਰਦਾ ਰਹਿੰਦਾ ਹੈ। ਅੰਨਾ ਬੋਲਾ ਉਜੜ ਪਾਏ, ਅੰਨਾ ਵੀ ਹੋ ਗਿਆ ਤੇ ਬੋਲਾ ਵੀ ਹੋ ਗਿਆ। ਪਾਤਸ਼ਾਹ ਜੀ ਕਹਿ ਰਹੇ ਨੇ ਮਨਮੁਖ ਅੰਧਾ ਆਵੇ ਜਾਏ। ਐਸਾ ਮਨਮੁਖ ਅੰਨਾ ਕਦੇ ਜੰਮਦਾ ਕਦੇ ਮਰਦਾ ਹੈ। ਪਾਤਸ਼ਾਹ ਜੀ ਕਹਿੰਦੇ ਬਿਨ ਸਤਿਗੁਰ ਭੇਟੇ ਥਾਏ ਨਾ ਪਾਏ। ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਮਿਲਾਪ ਤੋਂ ਬਿਨਾ, ਸਤਿਗੁਰੂ ਦੇ ਮਿਲਾਪ ਤੋਂ ਬਿਨਾ ਉਹ ਦਰਗਾਹ ਵਿੱਚ ਕਬੂਲ ਨਹੀਂ ਹੋਣਾ। ਨਾਨਕ ਪੂਰਬ ਲਿਖਿਆ ਕਮਾਏ। ਪਾਤਸ਼ਾਹ ਜੀ ਕਹਿ ਰਹੇ ਨੇ ਹੇ ਨਾਨਕ, ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਜੋ ਉਹਨੇ ਸੰਸਕਾਰ ਬਣਾ ਲਏ ਨੇ ਨਾ, ਮਨ ਵਿੱਚ ਲਿਖੇ ਲੇਖ, ਉਹਨਾਂ ਅਨੁਸਾਰ ਹੀ ਮੰਦੇ ਕੰਮ ਕਰੀ ਜਾਂਦਾ, ਜੋ ਉਹਨੇ ਮੁੱਢ ਤੋਂ ਸੰਸਕਾਰ ਬਣਾ ਲਏ ਨੇ। ਅੱਗੇ ਸਤਿਗੁਰ ਮਹਾਰਾਜ ਪੌੜੀ ਦੇ ਵਿੱਚ ਕਹਿ ਰਹੇ ਨੇ ਜੀ ਮਨਮੁਖ ਬੰਦਾ ਕਿਹੋ ਜਿਹਾ ਹੁੰਦਾ, ਝੂਠਾ ਬੰਦਾ ਕਿਹੋ ਜਿਹਾ ਹੁੰਦਾ, ਕਿਹੋ ਜਿਹੇ ਉਹ ਕਰਮ ਕਰਦਾ ਹੈ। ਪੌੜੀ ਦੇ ਵਿੱਚ ਸਤਿਗੁਰੂ ਜੀ ਬੜੇ ਵਿਸਥਾਰ ਦੇ ਨਾਲ ਇਹ ਗੱਲ ਸਮਝਾ ਰਹੇ ਨੇ। ਸ਼ਲੋਕ ਅੰਦਰ ਆਪਾਂ ਜਿਹੜੀ ਵਿਚਾਰ ਸਮਝੀ ਹੈ, ਮਨਮੁਖ, ਅਗਿਆਨੀ, ਦੁਰਮਤ, ਹੰਕਾਰੀ, ਕਿਹੋ ਜਿਹਾ ਹੁੰਦਾ ਮਨਮੁਖ। ਅੱਗੇ ਮਹਾਰਾਜ ਕਹਿੰਦੇ ਉਹ ਕਠੋਰ ਚਿੱਤ ਵਾਲਾ ਬਣ ਜਾਂਦਾ ਹੈ। ਪੌੜੀ ਵਿੱਚ ਕਹਿ ਰਹੇ ਨੇ ਜੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਕਠੋਰ ਕਿਹਨੂੰ ਕਿਹਾ ਜਾਂਦਾ? ਸਖਤ ਚੀਜ਼ ਨੂੰ। ਆਪਾਂ ਕਹਿੰਦੇ ਆ ਚੀਜ਼ ਬੜੀ ਕਠੋਰ ਹੈ, ਸਖਤ ਹੈ। ਬੰਦੇ ਵੀ ਕਠੋਰ ਚਿੱਤ ਵਾਲੇ ਹੁੰਦੇ ਨੇ, ਪ੍ਰਾਣੀ ਵੀ ਕਠੋਰ ਚਿੱਤ ਵਾਲੇ ਹੁੰਦੇ ਨੇ। ਉਹ ਕੂੜ ਬੋਲ ਬੋਲ ਕੇ, ਝੂਠ ਬੋਲ ਬੋਲ ਕੇ, ਫਰੇਬ ਕਰ ਕਰਕੇ, ਧੋਖਾ ਕਰ ਕਰਕੇ ਐਸੇ ਫਰੇਬੀ ਧੋਖੇਬਾਜ਼ ਹੋ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਕੋਲ ਬਹਿ ਨਹੀਂ ਸਕਦੇ। ਉਹ ਕਿਉਂ ਨਹੀਂ ਬਹਿ ਸਕਦੇ ਗੁਰੂ ਕੋਲ? ਗੁਰੂ ਕਿਹੜਾ ਕਿਸੇ ਨੂੰ ਮਨਾ ਕਰਦਾ? ਇੱਥੇ ਕੋਈ ਮਰਜ਼ੀ ਆ ਕੇ ਬਹਿ ਜੇ। ਕਿਉਂਕਿ ਗੁਰੂ ਦੀ ਹਜ਼ੂਰੀ ਅੰਦਰ ਗੁਰੂ ਦੀ ਗੱਲ ਕੀਤੀ ਜਾਣੀ ਹੈ, ਸੱਚੀ ਗੱਲ ਕੀਤੀ ਜਾਣੀ ਹੈ। ਫਿਰ ਕਠੋਰ ਚਿੱਤ ਵਾਲਾ ਬੰਦਾ ਗੱਲ ਕਿਵੇਂ ਸੁਣੇਗਾ? ਮੈਂ ਉੱਪਰ ਜਿਹੜੀ ਵਿਚਾਰ ਕਰ ਰਹੇ ਸੀ ਆਪਾਂ ਵੀ ਨਿੰਦਿਆ ਅਸੀਂ ਆਪ ਖੁਦ ਕਰੀ ਜਾਂਦੇ ਹਾਂ ਗੁਰੂ ਦੀ। ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਰਦੇ ਹਾਂ, ਸਰੀਰਾਂ ਦੀ ਪੂਜਾ ਕਰੀ ਜਾਂਦੇ ਹਾਂ, ਤਸਵੀਰਾਂ ਦੀ ਪੂਜਾ ਕਰੀ ਜਾਂਦੇ। ਇਹ ਵੀ ਇੱਕ ਕੀ ਹੈ? ਨਿੰਦਿਆ ਗੁਰੂ ਦੀ। ਜਿਨ੍ਹਾਂ ਕਰਮਾਂ ਤੋਂ ਗੁਰੂ ਰੋਕ ਰਿਹਾ ਉਹ ਕਰਮ ਅਸੀਂ ਖੁਦ ਕਰੀ ਜਾਂਦੇ ਹਾਂ। ਸਾਡਾ ਵੀ ਕਠੋਰ ਚਿੱਤ ਬਣ ਗਿਆ ਨਾ। ਮਹਾਰਾਜ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਉੱਥੇ ਸੱਚ ਵਰਤਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ, ਗੁਰੂ ਦੀ ਹਜ਼ੂਰੀ ਅੰਦਰ ਸੱਚ ਵਰਤਦਾ ਹੈ। ਕੁੜਿਆਰਾਂ ਚਿੱਤ ਉਦਾਸ, ਝੂਠੇ ਬੰਦੇ, ਕੂੜੇ ਬੰਦੇ ਉਦਾਸ ਹੋ ਜਾਂਦੇ ਨੇ, ਟਾਈਮ ਲੰਘਾਉਂਦੇ ਨੇ ਜੀ। ਉਹ ਮਹਾਰਾਜ ਕਹਿੰਦੇ ਓਏ ਬਲ ਛਲ ਕਰ ਝੱਤ ਕੱਢ ਦੇ, ਸਮਾਂ ਲੰਘਾਉਂਦੇ ਨੇ ਜਿਵੇਂ ਲੰਘਾਇਆ ਜਾ ਸਕੇ। ਬਹਿ ਤਾਂ ਗਏ ਗੁਰੂ ਦੀ ਹਜ਼ੂਰੀ ਅੰਦਰ। ਓਏ ਬਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਸਮਾਂ ਸੰਗਤ ਵਿੱਚ ਲੰਘਾ ਲਿਆ ਧੱਕੇ ਪਿੱਲੇ ਨਾਲ। ਮਹਾਰਾਜ ਕਹਿੰਦੇ ਗੁਰੂ ਦੇ ਕੋਲ ਉੱਠੇ, ਫਿਰ ਜਾ ਕੇ ਦੁਬਾਰਾ ਫਿਰ ਝੂਠਿਆਂ ਬੰਦਿਆਂ ਕੋਲ ਬਹਿ ਕੇ। ਵਿੱਚ ਮਹਾਰਾਜ ਕਹਿ ਰਹੇ ਨੇ ਸੱਚ ਤੇ ਝੂਠ ਦਾ ਇਹ ਨਿਰਣਾ ਮਹਾਰਾਜ ਦੇ ਰਹੇ ਨੇ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਨਖੇੜਾ ਕਰਕੇ ਵੇਖ ਲੋ, ਮਹਾਰਾਜ ਕਹਿੰਦੇ ਨਿਰਣਾ ਕਰਕੇ ਵੇਖ ਲੋ।
ਸੱਚ ਦੇ ਅੰਦਰ ਕਦੇ ਝੂਠ ਰਲਿਆ ਨਹੀਂ ਕਰਦਾ। ਜਿਹੜਾ ਬੰਦਾ ਸੱਚਾ ਹੁੰਦਾ ਜੀ, ਉਹਨੂੰ ਡਰ ਥੋੜਾ ਹੁੰਦਾ ਕਿਸੇ ਦਾ। ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਇੱਥੇ ਪੌੜੀ ਦੇ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ ਸੱਚ ਦੇ ਅੰਦਰ ਕਦੇ ਝੂਠ ਰਲ ਨਹੀਂ ਸਕਦਾ। ਅੱਗੇ ਮਹਾਰਾਜ ਕਹਿ ਰਹੇ ਨੇ ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਮਹਾਰਾਜ ਕਹਿੰਦੇ ਕੂੜੇ ਬੰਦੇ ਝੂਠੇ ਬੰਦੇ ਦੁਬਾਰਾ ਫੇਰ ਝੂਠ ਅੰਦਰ ਕੂੜ ਅੰਦਰ ਰਲ ਗਏ। ਇੱਥੇ ਗੁਰੂ ਦੀ ਹਜ਼ੂਰੀ ਅੰਦਰ ਗੁਰੂ ਦੇ ਸਨਮੁਖ ਸੋਭਦੇ ਨੇ ਬੈਠੇ ਕੌਣ? ਜਿਨ੍ਹਾਂ ਨੂੰ ਮਹਾਰਾਜ ਨੇ ਸਚਿਆਰ ਸਿੱਖਿਆ। ਫੈਸਲਾ ਅਸੀਂ ਨੇ ਕਰਨਾ ਜੀ, ਸਚਿਆਰ ਸਿੱਖ ਬਣਨਾ ਕਿ ਝੂਠੇ ਸਿੱਖ ਬਣਨਾ। ਪਾਤਸ਼ਾਹ ਜੀ ਕਹਿੰਦੇ ਸਚਿਆਰ ਬਣ, ਝੂਠਾ ਨਾ ਬਣ। ਝੂਠਾ ਗੁਰੂ ਦੀ ਦਰਗਾਹ ਅੰਦਰ ਪ੍ਰਵਾਨ ਨਹੀਂ ਹੁੰਦਾ, ਖੋਟਾ ਪ੍ਰਵਾਨ ਨਹੀਂ ਚੜ੍ਹਦਾ। ਸਚਿਆਰ ਸਿੱਖ ਬਣੀਏ। ਮੈਂ ਅਕਸਰ ਬੇਨਤੀ ਕਰਦਾ ਜੀ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਲਈ ਹੈ, ਕਿਰਪਾ ਕਰਕੇ ਉਹ ਧਿਆਨ ਦਿਓ। ਵੈਸੇ ਸਾਰਿਆਂ ਲਈ ਬੇਨਤੀ ਹੈ, ਵਿਸ਼ੇਸ਼ ਕਰਕੇ ਜਦੋਂ ਖੰਡੇ ਬਾਟੇ ਦੀ ਪਹੁਲ ਦਿੱਤੀ ਜਾਂਦੀ ਹੈ ਨਾ, ਉਹਨਾਂ ਨੂੰ ਬਕਾਇਦਾ ਮਰਿਆਦਾ ਦੇ ਅੰਦਰ ਵੀ ਇਹ ਗੱਲ ਬਾਰ-ਬਾਰ ਸਮਝਾਈ ਜਾਂਦੀ ਹੈ, ਬਾਰ-ਬਾਰ ਇਹ ਗੱਲ ਦੱਸੀ ਜਾਂਦੀ ਹੈ ਵੀ ਤੁਹਾਡਾ ਇਸ਼ਟ, ਤੁਹਾਡਾ ਗੁਰੂ, ਤੁਹਾਡਾ ਰਹਿਬਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਤੁਹਾਡਾ ਸਿਰ ਕਿਸੇ ਸਰੀਰ ਦੇ ਅੱਗੇ, ਕਿਸੇ ਕਬਰ ਦੇ ਅੱਗੇ, ਕਿਸੇ ਮੜੀ ਦੇ ਅੱਗੇ ਝੁਕਣਾ ਨਹੀਂ ਚਾਹੀਦਾ। ਪਰ ਪਤਾ ਨਹੀਂ ਅੱਜ ਕੀ ਹੋ ਗਿਆ ਜੀ ਸਾਡੇ ਸਿੱਖਾਂ ਨੂੰ, ਜਿੱਥੇ ਜੀ ਚਾਹਿਆ ਸਿਰ ਝੁਕਾ ਦਿੰਦੇ ਆ। ਫਰੀਦ ਸਾਹਿਬ ਜੀ ਨੇ ਇੱਕ ਬੜੀ ਲਾਹਨਤ ਪਾਈ ਇਹੋ ਜਿਹੇ ਲੋਕਾਂ ਬਾਰੇ। ਫਰੀਦ ਸਾਹਿਬ ਜੀ ਆਪਣੇ ਆਪ ਤੇ ਗੱਲ ਕਹਿੰਦੇ ਨੇ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਫਰੀਦ ਸਾਹਿਬ ਜੀ ਕਹਿੰਦੇ ਪਰਾਏ ਦੇ ਦਰਵਾਜ਼ੇ ਤੇ ਮੈਨੂੰ ਕਦੇ ਬੈਠਣ ਨਾ ਦੇਈ, ਤੇਰਾ ਪੱਲਾ ਛੱਡ ਕੇ ਗੁਰੂ ਸਾਹਿਬ ਜੀ ਮੈਂ ਕਿਤੇ ਹੋਰ ਨਾ ਜਾਵਾਂ। ਫਰੀਦ ਸਾਹਿਬ ਦੀ ਅਰਦਾਸ ਆ ਜੀ, ਫਰੀਦ ਸਾਹਿਬ ਦੇ ਸ਼ਲੋਕਾਂ ਵਿੱਚ ਪੜ੍ਹਦੇ ਆ, ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰ ਉਲੇ। ਜੇ ਕਿਤੇ ਮੇਰੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਨਾ, ਮੇਰੇ ਸਰੀਰ ਅੰਦਰੋਂ ਜਿੰਦ ਕੱਢ ਦੇਈ, ਜਾਨ ਕੱਢ ਦੇਈ। ਇਹ ਸਿਰ ਕਿਸੇ ਸਰੀਰ ਅੱਗੇ, ਕਿਸੇ ਤਸਵੀਰ ਅੱਗੇ, ਕਿਸੇ ਦੇਹ ਅੱਗੇ ਨਾ ਝੁਕੇ। ਆਪਣੇ ਆਪ ਦੀ ਪਛਾਣ ਕਰੀਏ ਅਸੀਂ ਕਿੱਥੇ ਖੜ ਗਏ ਹਾਂ। ਗੁਰੂ ਕਿਰਪਾ ਕਰੇ ਅਸੀਂ ਲੜੀਵਾਰ ਵਿਚਾਰ ਜਿਹੜੀ ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, 2 ਸ਼ਲੋਕ ਤੇ ਇੱਕ ਪੌੜੀ ਦੀ ਵਿਚਾਰ ਕੀਤੀ। ਆਓ ਗੁਰਮੁਖੋ, ਲੜੀਵਾਰ ਜਿਹੜਾ ਇਤਿਹਾਸਕ ਵਿਚਾਰ ਚੱਲ ਰਹੀ ਹੈ ਜੀ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਬਾਰੇ ਬਾਣੀ ਦੀ ਵਿਚਾਰ ਨੂੰ ਆਪਾਂ ਸਮਝਿਆ ਹੈ। ਆਓ ਗੁਰਮੁਖੋ, ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਬਾਰੇ ਆਪਾਂ ਸੰਖੇਪ ਦੇ ਅੰਦਰ ਬਾਣੀ ਦੀ ਵਿਚਾਰ, ਸੰਖੇਪ ਅੰਦਰ ਇਤਿਹਾਸ ਦੀ ਵਿਚਾਰ, ਜਿੰਨਾ ਵੀ ਆਪਣੇ ਕੋਲ ਸਮਾਂ ਹੈ, ਸਮੇਂ ਵਿੱਚ ਰਹਿ ਕੇ ਆਪਾਂ ਵਿਚਾਰ ਕਰਦੇ ਹਾਂ। ਕੱਲ੍ਹ ਆਪਾਂ ਜਿਹੜੀ ਵਿਚਾਰ ਕੀਤੀ ਸੀ, ਕੱਲ੍ਹ ਦੇ ਦੀਵਾਨਾਂ ਅੰਦਰ ਸਮਾਜ ਸੁਧਾਰਕ ਜੋ ਮਹਾਰਾਜ ਨੇ ਕੰਮ ਕੀਤੇ, ਲਾਮਾ ਬਾਣੀ ਦੇ ਪਾਠ ਬਾਰੇ ਆਪਾਂ ਗੱਲ ਕਰ ਰਹੇ ਸੀ, ਆਨੰਦ ਕਾਰਜ ਬਾਰੇ। ਅੱਜ ਆਪਾਂ ਜਿਹੜੀ ਵਿਚਾਰ ਕਰਨੀ ਹੈ, ਗੁਰਜੋਤ ਅਰਜਨ ਮਾਹੇ ਧਰੀ, ਗੁਰਤਾ ਗੱਦੀ ਬਾਰੇ ਆਪਾਂ ਗੱਲ ਕਰਾਂਗੇ। ਗੁਰੂ ਰਾਮਦਾਸ ਮਹਾਰਾਜ ਦੇ 3 ਪੁੱਤਰ ਨੇ ਜੀ, 3 ਪੁੱਤਰ ਹੋਏ ਨੇ। ਬਾਬਾ ਪ੍ਰਿਥੀ ਚੰਦ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਅਰਜਨ ਸਾਹਿਬ ਜੀ ਤੇ ਬਾਬਾ ਮਹਾਦੇਵ ਜੀ। ਗੁਰੂ ਰਾਮਦਾਸ ਮਹਾਰਾਜ ਦੇ ਘਰ 3 ਪੁੱਤਰ ਪੈਦਾ ਹੋਏ ਨੇ। ਜਿਵੇਂ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ, ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨੂੰ ਉਹਨਾਂ ਨੇ ਸਹਿਜੇ ਹੀ ਸਮਝਿਆ ਵਿਚਾਰਿਆ, ਗੁਰੂ ਰਾਮਦਾਸ ਮਹਾਰਾਜ ਨੇ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਗੁਰੂ